ਸਤਿ ਸ੍ਰੀ ਅਕਾਲ, ਵੈਲਕਮ ਯੂ ਆਲ। ਰੇਸ ਅਕੈਡਮੀ ਦੇ ਅਫੀਸ਼ੀਅਲ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਕਰ ਰਹੇ ਹਾਂ ਅੱਜ ਐਂਸ਼ੀਅੰਟ ਹਿਸਟਰੀ ਦਾ ਟੈਸਟ 1, ਟੈਸਟ 2, ਟੈਸਟ 3 ਵੀ ਆਉਣਗੇ। 2-3 ਟੈਸਟ ਆਪਾਂ ਕਰਾਂਗੇ ਐਂਸ਼ੀਅੰਟ ਦੇ, ਫਿਰ ਮੈਡੀਵਲ ਦੇ ਕਰਾਂਗੇ ਆਪਾਂ, ਤੇ ਇਸ ਤੋਂ ਬਾਅਦ ਆਪਾਂ ਮਾਡਰਨ ਇੰਡੀਆ ਦੇ ਟੈਸਟ ਕਰਾਂਗੇ। ਮੇਰਾ ਨਾਮ ਹੈ ਰਮਨਦੀਪ ਸੇਠੀ। ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਆਪਾਂ। ਸਟ੍ਰੈਟਜੀ ਕੀ ਹੈ ਤੁਹਾਨੂੰ ਪਤਾ ਹੀ, ਆਪਾਂ ਕਲੀਅਰ ਤੇ ਕੰਸੈਪਟ ਬੇਸ ਦੇ ਅੰਦਰ ਕੰਸੈਪਟ ਕਰਦੇ ਹਾਂ ਪਹਿਲਾਂ, ਫਿਰ ਐਮਸੀਕਿਊਜ਼ ਕਰਦੇ ਹਾਂ ਤੇ ਸਬਜੈਕਟਿਵ ਕੁਐਸਚਨ ਕਰਦੇ ਹਾਂ। ਅੱਜ ਆਪਾਂ ਕਰ ਰਹੇ ਹਾਂ ਐਮਸੀਕਿਊਜ਼, ਠੀਕ ਹੈ। ਫਿਰ ਇਹਨਾਂ ਦੀ ਆਪਾਂ ਰਿਵੀਜ਼ਨ ਵੀ ਕਰਦੇ ਹਾਂ, ਬਟ ਜਿਹੜੀ ਇਹ ਰਿਵੀਜ਼ਨ ਐਮਸੀਕਿਊਜ਼ ਦੇ ਥਰੂ ਹੀ ਹੋ ਜੂਗੀ ਅੱਜ ਆਪਣੀ। ਟਾਰਗੇਟਡ ਕਿੰਨਾ ਦੇ ਲਈ ਹੈ ਜਿਹੜੇ ਮੈਂ ਕਰਵਾ ਰਿਹਾ, ਇਹ ਹਰ ਇੱਕ ਪੇਪਰ ਦੇ ਲਈ ਟਾਰਗੇਟਡ ਨੇ। ਤੁਸੀਂ ਕੋਈ ਵੀ ਪੇਪਰ ਕਰ ਰਹੇ ਹੋ ਸਭ ਦੇ ਵਿੱਚ ਇੰਪੋਰਟੈਂਟ ਹੋਊਗੀ ਹਿਸਟਰੀ ਦੀ ਕਲਾਸ, ਠੀਕ ਹੈ। ਕਿਉਂਕਿ ਮੈਕਸਿਮਮ ਸਟੂਡੈਂਟ ਐਂਸ਼ੀਅੰਟ ਇੰਡੀਆ ਕਵਰ ਨਹੀਂ ਕਰਦੇ ਚੰਗੀ ਤਰ੍ਹਾਂ, ਤਾਂ ਮੈਂ ਐਂਸ਼ੀਅੰਟ ਇੰਡੀਆ ਡਿਟੇਲ ਦੇ ਵਿੱਚ ਕਰਵਾ ਰਿਹਾ। ਦਾ ਪੀਪਲ, ਫਸਟ ਕੁਐਸਚਨ ਆਪਾਂ ਦੇਖਦੇ ਹਾਂ। ਦਾ ਪੀਪਲ ਆਫ ਚਾਲਕੋਲਿਥਿਕ ਏਜ ਵਰ, ਜਿਹੜੇ ਚਾਲਕੋਲਿਥਿਕ ਪੀਰੀਅਡ ਦੇ ਵਿੱਚ ਜਿਹੜੇ ਪੀਪਲ ਸੀ ਉਹ ਕਿਸ ਤਰ੍ਹਾਂ ਦੇ ਸੀ? ਪ੍ਰੀਮਿਟਿਵ, ਰੂਰਲ, ਅਰਬਨ ਜਾਂ ਫਿਰ ਹਾਈਲੀ ਐਡਵਾਂਸ। ਪ੍ਰੀਮਿਟਿਵ ਦਾ ਕੀ ਮਤਲਬ ਹੈ? ਪ੍ਰੀਮਿਟਿਵ ਦਾ ਮਤਲਬ ਹੈ ਐਲੀਮੈਂਟਰੀ। ਐਲੀਮੈਂਟਰੀ ਮਤਲਬ ਬੇਸਿਕ, ਬੇਸਿਕ ਜਿਹੜੇ ਆਪੇ ਬੇਸਿਕ ਜ਼ਰੂਰਤਾਂ ਪੂਰੀਆਂ ਕਰਦੇ ਹੋਣ ਉਹਨਾਂ ਨੂੰ ਪ੍ਰੀਮਿਟਿਵ ਕਿਹਾ ਗਿਆ। ਰੂਰਲ ਤੁਹਾਨੂੰ ਪਤਾ ਹੈ, ਅਰਬਨ ਤੁਹਾਨੂੰ ਪਤਾ ਹੈ। ਐਸ ਦਾ ਆਪਸ਼ਨ ਤੁਸੀਂ ਆਪਦੇ ਮਾਈਂਡ ਦੇ ਵਿੱਚ ਸੋਚ ਲਿਆ ਹੋਣਾ, ਮੈਂ ਇਸ ਦਾ ਆਂਸਰ ਦੇ ਦੇਣਾ। ਇਟਸ ਰਾਈਟ ਆਂਸਰ ਇਜ਼ ਰੂਰਲ, ਠੀਕ ਹੈ। ਇਹ ਇਸ ਦਾ ਆਂਸਰ ਹੈ। ਮੈਂ ਇਸ ਤਰ੍ਹਾਂ ਕਰਕੇ ਤੁਹਾਨੂੰ ਆਪਸ਼ਨ ਦਿੰਦਾ ਰਹੂੰਗਾ, ਜਦੋਂ ਤੱਕ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਉਦੋਂ ਤੱਕ ਤੁਸੀਂ ਮਨ ਦੇ ਵਿੱਚ ਆਂਸਰ ਸੋਚ ਲੈਣਾ। ਐਸੇ ਨਾਲ ਤੁਹਾਡੀ ਰਿਵੀਜ਼ਨ ਵੀ ਹੁੰਦੀ ਰਹੂਗੀ। ਦੇ ਵਰ ਰੂਰਲ ਪੀਪਲ, ਚਾਲਕੋਲਿਥਿਕ ਪੀਰੀਅਡ ਦੇ ਲੋਕ ਕੀ ਸੀ? ਰੂਰਲ ਇਕੋਨਮੀ ਸੀ, ਛੋਟੇ ਛੋਟੇ ਕਸਬਿਆਂ ਦੇ ਵਿੱਚ ਰਹਿੰਦੇ ਸੀ, ਪਸ਼ੂ ਪਾਲਣ ਕਰਦੇ ਸੀ, ਠੀਕ ਹੈ। ਪਸ਼ੂ ਪਾਲਦੇ ਸੀ ਤੇ ਜਿਹੜੇ ਪਸ਼ੂ ਪਾਲਦੇ ਸੀ ਉਹਨਾਂ ਨੂੰ ਹੀ ਕੱਟ ਕੇ ਉਹਨਾਂ ਦਾ ਮੀਟ ਖਾ ਲੈਂਦੇ ਸੀ, ਯਾਨੀ ਕਿ ਦੇ ਵਰ ਨੋਨ ਵੈਜੀਟੇਰੀਅਨ ਔਨ ਦਾ ਬੇਸਿਸ ਆਫ ਦੇ ਐਨੀਮਲਸ ਦੇ ਆਰ ਡੋਮੈਸਟੀਕੇਟਿੰਗ, ਠੀਕ ਹੈ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਐਵੀਡੈਂਸਿਸ ਆਫ ਹਾਰਸ ਇਜ਼ ਫਾਊਂਡ ਇਨ ਹੜੱਪਨ ਸਾਈਟ ਫਰੋਮ। ਹਾਰਸ ਦੀ ਗੱਲ ਕਰੀਏ ਤਾਂ ਹੜੱਪਨ ਲੋਕਾਂ ਨੂੰ ਹਾਰਸ ਦੇ ਬਾਰੇ ਨਹੀਂ ਪਤਾ ਸੀ, ਬਟ ਇੱਕ ਅਜਿਹੀ ਸਾਈਟ ਹੈ ਜਿੱਥੋਂ ਐਵੀਡੈਂਸ ਮਿਲਦੇ ਨੇ ਹੜੱਪਨ ਸਾਈਟ ਤੇ, ਠੀਕ ਹੈ। ਹਾਰਸਿਸ ਦੇ ਸਾਈਟ ਐਵੀਡੈਂਸ ਮਿਲਦੇ ਨੇ ਹੜੱਪਨ ਸਾਈਟ ਤੋਂ। ਆਪਸ਼ਨ ਹੈ ਲੋਥਲ, ਕਾਲੀਬੰਗਾ, ਸੂਰਕੋਟੜਾ ਤੇ ਢੋਲਵੀਰਾ। ਹਾਂਜੀ, ਤੁਸੀਂ ਆਂਸਰ ਸੋਚ ਲਿਆ ਹੋਣਾ ਹੈ, ਤਾਂ ਮੈਂ ਤੁਹਾਨੂੰ ਆਂਸਰ ਦੱਸ ਦੇਣਾ। ਆਂਸਰ ਇਜ਼ ਸੂਰਕੋਟੜਾ। ਆਂਸਰ ਸੂਰਕੋਟੜਾ ਇਜ਼ ਇਨ ਗੁਜਰਾਤ, ਗੁਜਰਾਤ ਦੇ ਵਿੱਚ ਹੈ। ਇੱਥੇ ਕੀ ਮਿਲਿਆ ਹੈ? ਘੋੜੇ ਦੀਆਂ ਬੋਨਸ ਮਿਲੀਆਂ ਨੇ। That's why it is known as the Surkotda, as a Harappan site where horses are found. Horse, but ਆਪਾਂ ਨੂੰ horse ਨਹੀਂ ਮਿਲੇ, horse ਦੀ ਕੀ ਮਿਲੀ ਹੈ? ਬੋਨ ਮਿਲੀ ਹੈ। ਨੈਕਸਟ ਮੂਵ ਕਰਦੇ ਹਾਂ। ਇਨ ਚਾਲਕੋਲਿਥਿਕ ਏਜ ਵਿਚ ਮੈਟਲ ਵਾਜ਼ ਯੂਜ਼ਡ ਬਾਈ ਦਾ ਪੀਪਲ, ਜਿਹੜੇ ਪੀਪਲ ਸੀ ਕਿਹੜੀ ਮੈਟਲ ਦਾ ਯੂਜ਼ ਕਰ ਰਹੇ ਸੀ? ਆਪਸ਼ਨ ਏ ਓਨਲੀ ਸਟੋਨ, ਓਨਲੀ ਕੋਪਰ, ਬ੍ਰੌਂਜ ਜਾਂ ਫਿਰ 1 ਐਂਡ 2, ਯਾਨੀ ਕਿ ਏ ਐਂਡ ਬੀ ਆਪਸ਼ਨ 1 ਐਂਡ 2। ਹਾਂਜੀ, ਤੁਸੀਂ ਆਂਸਰ ਸੋਚ ਲਿਆ ਹੋਣਾ, ਮੈਂ ਤੁਹਾਨੂੰ ਦੱਸ ਦੇਣਾ। ਚਾਲਕੋ ਦਾ ਕੀ ਮਤਲਬ ਹੈ? ਚਾਲਕੋ ਦਾ ਮੀਨਿੰਗ ਹੈ ਕੋਪਰ, ਲਿਥਿਕ ਦਾ ਮਤਲਬ ਹੈ ਸਟੋਨ, ਤਾਂ ਐਸ ਦਾ ਆਂਸਰ ਹੋ ਜਾਂਦਾ ਹੈ ਸਟੋਨ ਐਂਡ ਕੋਪਰ। ਬਟ ਓਨਲੀ ਨਹੀਂ ਲੱਗੂਗਾ, ਓਨਲੀ ਨਹੀਂ ਲੱਗੂਗਾ ਤਾਂ ਆਂਸਰ ਆ ਜਾਊਗਾ 4, A and B 4, that is the answer. Chalcolithic people know about copper and stone. They were using stone made, they were using tools made up of copper and stone. Okay, let's move to next question. Which is the largest area under Harappan site? ਹੜੱਪਨ ਸਾਈਟਸ ਦੇ ਅੰਡਰ ਲਾਰਜੈਸਟ ਏਰੀਆ ਕਿਹੜਾ ਹੈ? ਮੈਂ ਤੁਹਾਨੂੰ ਦੱਸਿਆ ਹੈ 8 ਲੱਖ ਕਿਲੋਮੀਟਰ ਸਕੁਅਰ ਦਾ ਏਰੀਆ ਮਿਲਦਾ ਹੈ ਨਾ, ਠੀਕ ਹੈ। ਤਾਂ ਕਿੱਥੋਂ ਮਿਲਦਾ ਹੈ? ਇੰਨਾ ਆંકੜਾ ਤੁਸੀਂ ਦੇਖ ਲੈਣਾ ਇੱਕ ਵਾਰੀ ਦੁਬਾਰੇ। ਕਾਲੀਬੰਗਾ, ਰਾਖੀਗੜ੍ਹੀ, ਹੜੱਪਾ ਤੇ ਮੋਹਨਜੋਦੜੋ। ਹਾਂਜੀ, ਕਿਹੜਾ ਏਰੀਆ ਮਿਲਦਾ ਹੈ? ਸਭ ਤੋਂ ਵੱਡਾ ਏਰੀਆ ਆਪਾਂ ਦੇਖਦੇ ਹਾਂ ਹਰਿਆਣੇ ਦੇ ਅੰਦਰ ਰਾਖੀਗੜ੍ਹੀ, ਰਾਖੀਗੜ੍ਹੀ that is known as the largest area। ਜਿਹੜੀ ਹੀ ਇਸ ਸਭਿਅਤਾ ਨੂੰ, ਹੜੱਪਨ ਸਭਿਅਤਾ ਨੂੰ ਸਭ ਤੋਂ ਵੱਡੀ ਸਭਿਅਤਾ ਬਣਾ ਦਿੱਤੀ ਜਾਂਦੀ ਹੈ। ਇਜਿਪਟ ਦੀ ਸਭਿਅਤਾ ਨਾਲੋਂ ਵੀ ਜ਼ਿਆਦਾ ਏਰੀਆ ਹੈ। ਮੈਸੋਪੋਟਾਮੀਆ ਦੀ ਜਿਹੜੀ ਸਭ ਤੋਂ ਓਲਡੈਸਟ ਸਭਿਅਤਾ ਹੈ ਮੈਸੋਪੋਟਾਮੀਆ, ਉਸ ਤੋਂ ਵੀ ਜ਼ਿਆਦਾ ਏਰੀਆ ਕੌਣ ਕਵਰ ਕਰਦੀ ਹੈ? ਹੜੱਪਨ ਸਾਈਟ, ਯਾਨੀ ਕਿ ਹੜੱਪਾ ਸਾਈਟ ਬਹੁਤ ਸਾਰੀ ਜਗ੍ਹਾ ਤੇ ਫੈਲੀ ਹੋਈ ਸੀ ਹੜੱਪਾ ਸਿਵਲਾਈਜੇਸ਼ਨ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। From which site of Punjab we found evidence of Harappan civilization? ਯਾਨੀ ਕਿ ਹੜੱਪਾ ਸਿਵਲਾਈਜੇਸ਼ਨ ਦੇ ਐਵੀਡੈਂਸ ਆਪਾਂ ਨੂੰ ਪੰਜਾਬ ਦੇ ਵਿੱਚ ਕਿੱਥੋਂ ਦੇਖਣ ਨੂੰ ਮਿਲਦੇ ਨੇ? ਕੋਟਲਾ ਨਿਹੰਗ ਖਾਂ, ਕੋਟਲਾ ਨਿਹੰਗ ਖਾਂ ਜਿਹੜਾ ਰੋਪੜ ਦੇ ਵਿੱਚ ਹੈ। ਸੰਘੋਲ ਤੇ ਸੰਘੋਲ ਜਿਹੜਾ ਲੁਧਿਆਣੇ ਦੇ ਅੰਦਰ ਹੈ।
ਬੜਾ ਐਂਡ ਰੋਹਿੜਾ। ਹਾਂਜੀ ABCD ਤੁਸੀਂ ਦੱਸ ਸਕਦੇ ਹੋ 1 2 3 4 ਦੇ ਵਿੱਚ। ਤੁਸੀਂ ਆਂਸਰ ਸੋਚ ਹੀ ਲਿਆ ਹੋਣਾ ਹੈ, ਤਾਂ ਮੈਂ ਤੁਹਾਨੂੰ ਦੱਸ ਦੇਣਾ ਇਸ ਦਾ ਰਾਈਟ ਆਂਸਰ ਹੈ all of above। NCERT ਲਿਖਦੀ ਹੈ ਕੋਟਲਾ ਨਿਹੰਗ ਖਾਂ ਜਿਹੜੀ ਰੋਪੜ ਦੇ ਅੰਦਰ ਹੈ, ਸੰਘੋਲ ਜਿਹੜਾ ਲੁਧਿਆਣੇ ਦੇ ਅੰਦਰ ਹੈ, ਬੜਾ ਤੇ ਰੋਹਿੜਾ ਇਹਨਾਂ ਦੀ ਥਾਂ ਨਹੀਂ ਲਿਖੀ ਹੋਈ, ਬਟ ਸਿੰਪਲ ਇਸ ਤਰ੍ਹਾਂ ਲਿਖੇ ਹੋਏ ਨੇ। ਕਿੱਥੇ ਨੇ ਇਹ ਮੈਨੂੰ ਨਹੀਂ ਪਤਾ, ਤੁਸੀਂ ਦੇਖ ਲੈਣਾ। ਇਹ ਵਾਲੀ ਸਾਈਟਸ ਨੇ ਜਿੱਥੇ ਮਿਲਦੇ ਨੇ ਆਪਾਂ ਨੂੰ ਐਵੀਡੈਂਸ ਹੜੱਪਨ ਸਿਵਲਾਈਜੇਸ਼ਨ ਦੇ। ਨੈਕਸਟ ਸਲਾਈਡ ਤੇ ਮੂਵ ਕਰਦੇ ਹਾਂ। Who among the following was worshipped during the early Vedic civilization? Early Vedic civilization ਦੇ ਵਿੱਚ ਕਿਸ ਦੀ ਪੂਜਾ ਹੁੰਦੀ ਸੀ? ਵਰੁਣ, ਇੰਦਰ, ਸੂਰਿਆ ਤੇ all of above। ABCD ਤੁਸੀਂ ਦੱਸ ਸਕਦੇ ਹੋ। ਇੰਦਰ ਨੂੰ ਪੁਰੰਦਰ ਕਿਹਾ ਗਿਆ, ਸੂਰਿਆ, ਹਾਂਜੀ ਤੁਸੀਂ ਆਂਸਰ ਸੋਚ ਲਿਆ ਹੋਣਾ, ਮੈਂ ਤੁਹਾਨੂੰ ਦੱਸ ਦੇਣਾ ਇਹਦਾ ਰਾਈਟ ਆਂਸਰ ਕੀ ਹੈ। ਰਾਈਟ ਆਂਸਰ ਹੈ ਇਸਦਾ all of the above। ਤਿੰਨਾਂ ਦੀ ਪੂਜਾ ਹੁੰਦੀ ਸੀ, ਇੰਦਰ ਦੀ ਵੀ ਪੂਜਾ ਕਰਦੇ ਸੀ, ਵਰੁਣ ਦੀ ਵੀ ਪੂਜਾ ਕਰਦੇ ਸੀ ਤੇ ਸੂਰਿਆ ਦੀ ਵੀ ਪੂਜਾ ਕਰਦੇ ਸੀ। ਠੀਕ ਹੈ, ਸੂਰਿਆ ਦੀ ਪੂਜਾ ਪਰ ਆਪਾਂ ਨੂੰ ਰਿਗਵੇਦ ਤੋਂ ਪਤਾ ਚੱਲਦਾ ਹੈ, ਸਾਵਿਤਰੀ, ਗੋਡ ਸਾਵਿਤਰੀ ਦੇ ਨਾਮ ਤੋਂ ਗਾਇਤਰੀ ਮੰਤਰ ਦਾ ਉਚਾਰਨ ਕੀਤਾ ਜਾਂਦਾ ਸੀ। ਠੀਕ ਹੈ, ਗਾਇਤਰੀ ਮੰਤਰ, ਯੂ ਨੋ all about this। ਵਰੁਣ ਦੇ ਬਾਰੇ ਵੀ ਤੁਹਾਨੂੰ ਦੱਸ ਚੁੱਕਿਆ, ਵਰੁਣ ਦੇ ਬਾਰੇ ਮੈਂ ਐਕਸਪਲੇਨ ਕਰ ਚੁੱਕਿਆ ਬਹੁਤ ਵਧੀਆ ਡਿਟੇਲ ਦੇ ਵਿੱਚ ਕਲਾਸ। ਜੇ ਤੁਸੀਂ ਕਲਾਸਿਸ ਨਹੀਂ ਦੇਖੀ ਤਾਂ ਕਲਾਸਿਸ ਦੇਖ ਸਕਦੇ ਹੋ ਜਾ ਕੇ, ਅਨਅਕੈਡਮੀ ਪਲੇਟਫਾਰਮ ਤੇ ਕਲਾਸਿਸ ਪਈਆਂ ਨੇ ਸਾਰੀਆਂ, ਇੱਕ ਡਿਟੇਲ ਦੇ ਵਿੱਚ ਮੈਂ ਕਰਵਾਇਆ ਸਭ ਕੁਝ, ਤੁਸੀਂ ਦੇਖ ਸਕਦੇ ਹੋ। ਠੀਕ ਹੈ, ਡਾਂਸਿੰਗ ਗਰਲ ਇਜ਼ ਫਾਊਂਡ ਐਟ ਵਿਚ ਸਾਈਟ? ਡਾਂਸਿੰਗ ਗਰਲ ਕਿਹੜੀ ਸਾਈਟ ਤੋਂ ਮਿਲਦੀ ਹੈ? ਹੜੱਪਾ ਦੀ ਗੱਲ ਹੋ ਰਹੀ ਹੈ, ਹੜੱਪਨ ਸਿਵਲਾਈਜੇਸ਼ਨ ਦੀ। ਤਾਂ ਗੱਲ ਕਰੀਏ ਡਾਂਸਿੰਗ ਗਰਲ ਮਿਲਦੀ ਹੈ ਮੋਹਨਜੋਦੜੋ ਦੇ ਵਿੱਚ, ਮੋਹਨਜੋਦਾਰੋ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਹੈ 3G ਦਾ ਕੰਸੈਪਟ, 3GB, 3GB ਲਾ ਲਓ। ਠੀਕ ਹੈ, 3G ਦੇ ਵਿੱਚ ਕੀ ਆਉਂਦਾ ਹੈ? 3G ਦੇ ਵਿੱਚ ਮੈਂ ਤੁਹਾਨੂੰ ਗੱਲ ਕਰਾਂ ਤਾਂ ਇਸ ਦੇ ਵਿੱਚ ਪਹਿਲੀ ਆਊਗੀ ਗ੍ਰੇਟ ਬਾਥ, ਮੋਹਨਜੋਦੜੋ ਵੀ ਤੁਹਾਨੂੰ ਮਿਲਣ ਨੂੰ ਮਿਲੂਗਾ, ਮੋਹਨਜੋਦੜੋ ਇਸ ਤਰ੍ਹਾਂ ਮਾਰਕ ਕਰ ਦੇਣਾ। ਸੈਕਿੰਡ ਤੁਹਾਨੂੰ ਮਿਲੂਗੀ ਡਾਂਸਿੰਗ ਗਰਲ, ਡਾਂਸਿੰਗ ਗਰਲ ਦਾ ਤੁਹਾਨੂੰ ਇੱਕ ਸਟੈਚੂ ਦੇਖਣ ਨੂੰ ਮਿਲੂਗਾ। ਥਰਡ ਗ੍ਰੇਟ ਗ੍ਰੇਨਰੀ, ਗ੍ਰੇਟ ਗ੍ਰੇਨਰੀ ਯਾਦ ਰੱਖਣਾ, ਗ੍ਰੇਨਰੀ ਹੈ ਗ੍ਰੇਟ ਹੈ, ਬਹੁਤ ਵੱਡੀ ਗ੍ਰੇਨਰੀ ਹੈ। ਗ੍ਰੇਨਰੀ ਤਾਂ ਹੋਰ ਵੀ ਮਿਲੀਆਂ ਨੇ, ਹੜੱਪਾ ਸਾਈਡ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਨੇ, ਬਟ ਜਿਹੜੀ ਗ੍ਰੇਟ ਗ੍ਰੇਨਰੀ ਹੈ, ਜਦੋਂ ਸਭ ਤੋਂ ਵੱਡੀ ਗ੍ਰੇਨਰੀ ਹੈ, ਉਹ ਆਪਾਂ ਨੂੰ ਮਿਲੀ ਹੈ ਦੇਖਣ ਨੂੰ ਮੋਹਨਜੋਦੜੋ ਦੇ ਵਿੱਚ। ਨੈਕਸਟ ਮੂਵ ਕਰਦੇ ਹਾਂ ਆਪਾਂ B ਇਜ਼ ਫॉर ਬੀਅਰਡ ਪ੍ਰੀਸਟ। ਬੀਅਰਡ ਪ੍ਰੀਸਟ ਆਪਾਂ ਨੂੰ ਕਿੱਥੋਂ ਦੇਖਣ ਨੂੰ ਮਿਲਦੇ ਨੇ? ਬੀਅਰਡ ਪ੍ਰੀਸਟ ਇੱਕ ਸੰਤ ਦੀ ਸਕਲਪਚਰ ਬਣਿਆ ਹੋਇਆ ਹੈ, ਜਿਨ੍ਹਾਂ ਨੇ ਇੱਕ ਕੱਪੜਾ ਓਢਿਆ ਹੋਇਆ ਤੇ ਉਸ ਦੇ ਉੱਤੇ ਕਲਾਕਾਰੀ ਕੀਤੀ ਹੋਈ ਹੈ। 3GB ਦਾ ਕੰਸੈਪਟ ਤੁਸੀਂ ਯਾਦ ਰੱਖਣਾ, ਮੋਹਨਜੋਦੜੋ ਦੇ ਨਾਲ ਰਿਲੇਟਡ ਹੈ। ਠੀਕ ਹੈ, ਨੈਕਸਟ ਮੂਵ ਕਰਦੇ ਹਾਂ। ਵੇਅਰ ਵਰ the hymns of ਰਿਗਵੇਦਾ ਕੰਪੋਜ਼ਡ? ਰਿਗਵੇਦ ਹੈ ਜਿਹੜੇ, ਰਿਗਵੇਦਾ ਦੇ ਹਾਈਮਸ ਮਤਲਬ ਸ਼ਲੋਕ ਕਿੱਥੇ ਕੰਪੋਜ਼ ਕੀਤੇ ਗਏ, ਕਿਹੜੀ ਜਗ੍ਹਾ ਤੇ ਲਿਖੇ ਗਏ? A ਪੰਜਾਬ, B ਗੁਜਰਾਤ, C ਰਾਜਸਥਾਨ ਤੇ D ਉੱਤਰ ਪ੍ਰਦੇਸ਼। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ, ਤੁਸੀਂ ਮਾਰਕ ਕਰੋ ਇਸ ਨੂੰ ਕੀ ਸਹੀ ਆਂਸਰ ਕੀ ਹੈ। ਤੇ ਮੈंने ਤੁਹਾਨੂੰ ਦੱਸ ਦੇਣਾ ਕਿ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਲਾਈਕ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਰੇਸ ਅਕੈਡਮੀ ਆਫੀਸ਼ੀਅਲ ਦੇ ਨਾਮ ਤੋਂ। ਉੱਥੇ ਤੁਹਾਨੂੰ ਸਾਰੀ ਅਪਡੇਟਸ ਮਿਲਦੀਆਂ ਰਹਿਣਗੀਆਂ। ਠੀਕ ਹੈ, ਅਸੀਂ ਕੋਈ ਵੀ PDF ਅਪਲੋਡ ਕਰਦੇ ਹਾਂ ਤਾਂ ਤੁਹਾਨੂੰ ਸਾਰੀਆਂ PDF, ਸਿਲੇਬਸ ਵਗੈਰਾ, ਪ੍ਰੀਵੀਅਸ ਈਅਰ ਪੇਪਰ ਵੀ ਅਸੀਂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਰੇਸ ਅਕੈਡਮੀ ਆਫੀਸ਼ੀਅਲ ਤੇ ਟੈਲੀਗ੍ਰਾਮ ਚੈਨਲ ਤੇ। ਤਾਂ ਮੈਂ ਤੁਹਾਨੂੰ ਦੱਸ ਦਵਾਂ ਰਿਗਵੇਦਾ ਦੇ ਹਾਈਮਸ ਨੇ ਕਿੱਥੇ ਕੰਪੋਜ਼ ਹੋਏ? ਉਹ ਕੰਪੋਜ਼ ਹੋਏ ਪੰਜਾਬ ਦੇ ਵਿੱਚ। ਤੁਹਾਨੂੰ ਪਤਾ ਹੈ ਸਪਤ ਸੰਧੂ ਦੇ ਨਾਮ ਤੋਂ, ਸਪਤ ਸੰਧੂ ਵਾਸ ਦਾ ਪਲੇਸ ਵੇਅਰ ਦਾ ਅਰਲੀ ਵੈਦਿਕ ਪੀਰੀਅਡ ਵਰ ਲਿਵਿੰਗ। ਇੱਥੇ ਰਹਿ ਰਹੇ ਸੀ ਅਰਲੀ ਵੈਦਿਕ ਪੀਰੀਅਡ ਦੇ ਲੋਕ ਸਪਤ ਸੰਧੂ ਦੇ। ਇਹ ਕਿਹੜਾ ਏਰੀਆ ਸੀ? ਸਪਤ ਸੰਧੂ ਵਾਲਾ ਏਰੀਆ ਪੰਜਾਬ ਦਾ ਏਰੀਆ ਸੀ, ਤਾਂ ਕਰਕੇ ਯਾਦ ਰੱਖੋ ਪੰਜਾਬ ਸਪਤ ਸੰਧੂ ਦਾ ਏਰੀਆ ਹੋ ਗਿਆ, ਤਾਂ ਇਸ ਦਾ ਆਂਸਰ ਹੋ ਗਿਆ ਸਪਤ ਸੰਧੂ। ਮੂਵ ਟੂ ਨੈਕਸਟ ਕੁਐਸਚਨ। what led to the end of Indus Valley civilization? Indus Valley civilization ਦਾ ਐਂਡ ਕਿਸ ਕਰਕੇ ਹੋ ਗਿਆ? ਇਨਵੇਜ਼ਨ ਆਫ ਆਰੀਅਨਸ, recurrence of flood, ਜਾਂ recurrent ਦਾ ਮਤਲਬ ਦੁਬਾਰਾ ਆਣਾ, recurrent, earthquakes ਜਾਂ all of the above? ABCD। and the right answer ਤੁਸੀਂ ਸੋਚ ਲਿਆ ਹੋਣਾ ਆਪਦੇ ਮਨ ਦੇ ਵਿੱਚ, ਮੈਂ ਤੁਹਾਨੂੰ ਦੱਸ ਦੇਣਾ right answer is all of above। ਤੁਹਾਨੂੰ ਮੈਂ ਵੱਖ-ਵੱਖ ਥਿਉਰੀਜ਼ ਕਰਵਾਈਆਂ ਨੇ, ਠੀਕ ਹੈ, ਡਿਕਲਾਈਨ ਹੋਣ ਦੀਆਂ ਕਿ ਕਿਉਂ ਡਿਕਲਾਈਨ ਹੋਏ। ਠੀਕ ਹੈ, ਆਰੀਅਨਸ ਦੀ ਥਿਉਰੀ ਵੀ ਕਰਵਾਈ ਕਿ ਆਰੀਅਨਸ ਭਾਰਤ ਦੇ ਵਿੱਚ ਕਿਉਂ ਆਏ, ਭਾਰਤ ਸਬ ਕੰਟੀਨੈਂਟ ਦੇ ਵਿੱਚ, ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਕਿਉਂ ਆਏ।
ठीक है। ਤੁਸੀਂ ਦੇਖ ਲਓ ਇਨਵੇਜ਼ਨ ਆਫ ਆਰੀਅਨਸ ਵੀ ਮੰਨਿਆ ਜਾਂਦਾ ਹੈ, ਫਲੱਡ ਵੀ ਰਿਕਰੈਂਟ ਆਉਂਦੀ ਹੁੰਦੀ ਸੀ ਆਪਾਂ ਨੂੰ ਪਤਾ ਹੈ, ਅਰਥਕੁਏਕ ਵੀ ਇੱਕ ਰੀਜ਼ਨ ਮੰਨਿਆ ਜਾਂਦਾ ਹੈ। ਤਾਂ all of above this is the answer for this question. Next question is this: who was the ruler of kingdom between the rivers Jhelum and Chenab? ਚਨਾਬ ਰਿਵਰ ਤੇ ਝੇਲਮ ਰਿਵਰ ਦੇ ਵਿੱਚ ਕਿਸ ਦੀ ਕਿੰਗਡਮ ਸੀ, ਕਿਹੜਾ ਰਾਜਾ ਰੂਲ ਕਰ ਰਿਹਾ ਸੀ? ਅਲੈਗਜ਼ੈਂਡਰ ਦਾ ਗ੍ਰੇਟ, ਡੇਰੀਅਸ ਥਰਡ, ਕਿੰਗ ਪੋਰਸ, ਚੰਦਰਗੁਪਤ ਮੌर्य। ਐਂਡ ਦਾ ਰਾਈਟ ਆਂਸਰ ਇਜ਼ ਆਪਸ਼ਨ ਸੀ, ਕਿੰਗ ਪੋਰਸ। ਪੋਰਸ ਝੇਲਮ ਰਿਵਰ ਤੇ ਚਨਾਬ ਰਿਵਰ ਦੇ ਵਿਚਾਲੇ ਜਿਹੜਾ ਏਰੀਆ ਉੱਥੇ ਉਸਦੀ ਕਿੰਗਡਮ ਸੀ। ਅਲੈਗਜ਼ੈਂਡਰ ਆਉਂਦਾ ਤੇ ਪੋਰਸ ਨੂੰ ਹਰਾ ਦਿੰਦਾ ਹੈ। ਕਿਹੜੀ ਰਿਵਰ ਦੇ ਕਿਨਾਰੇ ਹਰਾਇਆ ਜਾਂਦਾ ਪੋਰਸ ਨੂੰ? ਝੇਲਮ ਰਿਵਰ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਯਾਦ ਰੱਖਣਾ। ਝੇਲਮ ਰਿਵਰ ਦੇ ਕੰਢੇ ਪੋਰਸ ਹਾਰ ਜਾਂਦਾ ਹੈ ਤੇ ਹਾਰਨ ਤੋਂ ਬਾਅਦ ਅਲੈਗਜ਼ੈਂਡਰ ਇਸ ਨੂੰ ਆਪਦਾ ਸਾਰਾ ਏਰੀਆ ਜਿਹੜਾ ਇਸ ਤੋਂ ਜਿੱਤ ਲੈਂਦਾ ਹੈ, ਉਹ ਇਸ ਨੂੰ ਵਾਪਸ ਦੇ ਦਿੰਦਾ ਹੈ ਕਿ ਕੋਈ ਰਾਜਾ ਤਾਂ ਹੈ ਜਿਸ ਨੇ ਮੇਰੇ ਸਾਹਮਣੇ ਖੜੇ ਹੋਣ ਦੀ ਚੇਸ਼ਟਾ ਕੀਤੀ, ਨਹੀਂ ਤਾਂ ਅੰਬੀ ਬੋਲਿਆ ਜਾਂਦਾ ਹੈ। ਅੰਬੀ ਦਾ ਰਾਜਕੁਮਾਰ ਹੁੰਦਾ ਹੈ। ਐਸੇ ਜਿਹੜਾ ਰਾਜਾ ਰਾਜ ਕਰ ਰਿਹਾ ਹੁੰਦਾ ਹੈ ਉਹ ਸਿੰਪਲੀ ਨਤਮਸਤਕ ਹੋ ਜਾਂਦਾ ਹੈ ਤੇ ਆਪਦਾ ਸਾਰਾ ਜਿਹੜਾ ਹੁੰਦਾ ਕਿੰਗਡਮ ਸੌਂਪ ਦਿੰਦਾ ਹੈ ਅਲੈਗਜ਼ੈਂਡਰ ਨੂੰ। ਠੀਕ ਹੈ, ਯਾਦ ਰੱਖਣਾ ਕਿੰਗ ਪੋਰਸ ਦਾ ਹੋਇਆ ਸੀ ਯੁੱਧ, ਕਿਸ ਨਾਲ ਹੋਇਆ ਸੀ? ਪੋਰਸ ਦੇ ਨਾਲ। ਪੋਰਸ ਦਾ ਅਲੈਗਜ਼ੈਂਡਰ ਦੇ ਨਾਲ ਹੋਇਆ ਸੀ। ਠੀਕ ਹੈ ਜੀ। ਮੂਵ ਟੂ ਨੈਕਸਟ ਕੁਐਸਚਨ, ਵੇਅਰ ਐਂਡ ਵੈਨ ਵਾਜ਼ ਦਾ ਸੈਕੰਡ ਬੁੱਧਿਸਟ ਕਾਉਂਸਿਲ ਹੈਲਡ? ਸੈਕੰਡ ਬੁੱਧਿਸਟ ਕਾਉਂਸਿਲ ਕਿੱਥੇ ਹੈਲਡ ਹੋਈ? ਹਾਂਜੀ, ਮੈਂ ਤੁਹਾਨੂੰ ਦੱਸਿਆ ਬੁੱਧਿਸਟ ਕਾਉਂਸਿਲ ਯਾਦ ਕਰਨ ਦਾ ਤਰੀਕਾ, ਰਾਵਾਪਾਕਾ। ਹਾਂਜੀ, ਰਾਵਾਪਾਕਾ ਦੇ ਨਾਮ ਤੁਸੀਂ ਯਾਦ ਕਰ ਲੈਣਾ। ਰਾ ਤੋਂ ਰਾਜਗ੍ਰਹਿ, ਜਿਹੜੀ ਕਿ ਮਗਧ ਦੀ ਰਾਜਧਾਨੀ ਸੀ। ਮਗਧ ਦੀ ਰਾਜਧਾਨੀਆਂ ਦੋ ਰਹੀਆਂ ਨੇ, ਦੱਸ ਦੇਣਾ। MRP ਮੈਕਸਿਮਮ ਰਿਟੇਲ ਪ੍ਰਾਈਸ, ਆਪਣਾ ਬਹੁਤ ਵਾਰੀ ਵਰਡ ਯੂਜ਼ ਕਰਦੇ ਹਾਂ ਕਿ ਇਸ ਚੀਜ਼ ਦਾ MRP ਕੀ ਸੀ, ਤਾਂ ਯਾਦ ਰੱਖਣਾ ਮਗਧ, ਰਾਜਗ੍ਰਹਿ ਤੇ ਪਾਟਲੀਪੁੱਤਰ। ਪਹਿਲਾ ਰਾਜਗ੍ਰਹਿ ਕੈਪੀਟਲ ਰਹੀ ਤੇ ਬਾਅਦ ਦੇ ਵਿੱਚੋਂ ਕੈਪੀਟਲ ਹੋਈ ਪਾਟਲੀਪੁੱਤਰ। ਪਾਟਲੀਪੁੱਤਰ ਕਿਸ ਦੇ ਟਾਈਮ ਤੇ ਹੋਈ? 1 ਸੈਕਿੰਡ। ਪਾਟਲੀਪੁੱਤਰ ਕਿਸ ਦੇ ਟਾਈਮ ਤੇ ਹੋਈ? ਉਦਾਈਨ ਨੇ ਕੈਪੀਟਲ ਚੇਂਜ ਕਰ ਲਈ ਸੀ। ਉਦਾਈਨ ਨੇ ਪਾਟਲੀਪੁੱਤਰ ਕੈਪੀਟਲ ਚੇਂਜ ਕੀਤੀ ਸੀ। ਤਾਂ ਜਿਹੜੀ ਸੈਕੰਡ ਬੁੱਧਿਸਟ ਕਾਉਂਸਿਲ ਹੋਈ ਹੈ ਉਹ ਕਿੱਥੇ ਹੋਈ ਹੈ? ਰਾਜਗ੍ਰਹਿ। ਉਦਾਈਨ ਤੋਂ ਪਹਿਲਾਂ ਕੌਣ ਰਾਜ ਕਰ ਰਹੇ ਸੀ? ਹਾਂਜੀ, ਤੁਸੀਂ ਦੱਸ ਸਕਦੇ ਹੋ। ਅਜਾਤ ਸ਼ਤਰੂ ਰਾਜ ਕਰ ਰਹੇ ਸੀ, ਤਾਂ ਕਰਕੇ ਫਸਟ ਕਾਉਂਸਿਲ ਹੋਈ ਇੱਥੇ ਰਾਵਾਪਾਕਾ। ਰਾਜਗ੍ਰਹਿ, ਵੈਸ਼ਾਲੀ, ਪਾਟਲੀਪੁੱਤਰ ਤੇ ਕਸ਼ਮੀਰ। ਠੀਕ ਹੈ, ਕਸ਼ਮੀਰ ਦੇ ਵਿੱਚ ਹੋਈ। ਕੀਤੀ ਵੀ ਕਨਿਸ਼ਕ ਨੇ ਸੀ ਤੇ ਸੈਕਿੰਡ ਕਿਸ ਦੇ ਟਾਈਮ ਹੋਈ? ਵਾਹ ਯਾਦ ਕਰਨਾ, ਕਾਲ ਅਸ਼ੋਕ ਦੇ ਟਾਈਮ ਤੇ। ਕਾਲ ਅਸ਼ੋਕ ਰਾਜ ਕਰ ਰਿਹਾ ਸੀ। ਵੈਸ਼ਾਲੀ ਦੇ ਵਿੱਚ ਹੋਈ 383 BC ਦੇ ਵਿੱਚ। ਆਂਸਰ ਸੀ ਦ ਰਾਈਟ ਆਂਸਰ। ਲੈਟਸ ਮੂਵ ਟੂ ਨੈਕਸਟ ਕੁਐਸਚਨ। ਫਸਟ ਕਾਉਂਸਿਲ ਹੋਈ ਸੀ 483 ਦੇ ਵਿੱਚ, ਦੂਸਰੀ 383 ਦੇ ਵਿੱਚ, ਤੀਸਰੀ 250 ਦੇ ਵਿੱਚ, ਫੋਰਥ ਕਾਉਂਸਿਲ ਹੋਈ ਸੀ 100 ਦੇ ਵਿੱਚ। ਇਸ ਤਰ੍ਹਾਂ ਯਾਦ ਕਰ ਲੈਣਾ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ, ਬਹੁਤ ਇੰਪੋਰਟੈਂਟ ਹੈ ਤੇ ਬਹੁਤ ਹੀ ਈਜ਼ੀ ਹੈ। ਠੀਕ ਹੈ, ਇਸ ਨੂੰ ਮੁਸ਼ਕਿਲ ਨਾ ਮੰਨਣਾ, ਆਪਾਂ ਕਰ ਚੁੱਕੇ ਸਾਰੀ ਕਲਾਸ ਦੇ ਵਿੱਚ। ਜੇਕਰ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਤਾਂ ਮੇਰੀ ਕਲਾਸਿਸ ਦੇਖ ਸਕਦੇ ਹੋ ਅਨਅਕੈਡਮੀ ਤੇ ਜਾ ਕੇ, ਸਾਰੀ ਕਲਾਸਿਸ ਪਈਆਂ ਨੇ, ਡਿਟੇਲ ਦੇ ਵਿੱਚ ਕਰਵਾਇਆ। ਐਜ਼ ਪਰ ਅਸ਼ੋਕਾ ਦੇ ਇਨਸਕ੍ਰਿਪਸ਼ਨ ਦੇ ਅਨੁਸਾਰ which among the following place was declared tax free and proclaimed ਦਾ ਮਤਲਬ ਘੋਸ਼ਣਾ ਕਰ ਦੇਣੀ, only 1/8 part as taxable, ਯਾਨੀ ਕਿ ਤੁਸੀਂ ਜਿੰਨਾ ਪ੍ਰੋਡਿਊਸ ਕਰ ਰਹੇ ਹੋ ਉਸ ਦਾ 1/8 ਭਾਗ ਦੇਣਾ ਪਊਗਾ। ਪਹਿਲਾਂ ਤਾਂ 1/6 ਭਾਗ ਦੇਣਾ ਪੈਂਦਾ ਸੀ। ਠੀਕ ਹੈ, ਬਟ ਜਦੋਂ ਅਸ਼ੋਕਾ ਨੇ ਇੱਥੇ ਵਿਜ਼ਿਟ ਕੀਤਾ ਤਾਂ ਅਸ਼ੋਕਾ ਨੇ ਡਿਕਲੇਅਰ ਕਰ ਦਿੱਤਾ ਇਹਨੂੰ ਟੈਕਸ ਫ੍ਰੀ, ਜਾਂ ਫਿਰ ਔਰ ਪਾ ਸਕਦੇ ਹਾਂ, ਔਰ ਜਾਂ ਤਾਂ 1/8 ਟੈਕਸ ਲਾਇਆ ਜਾਂ ਫਿਰ ਉਹਨਾਂ ਨੂੰ ਟੈਕਸ ਫ੍ਰੀ ਕਰ ਦਿੱਤਾ। ਉਹ ਕਿਹੜੀ ਜਗ੍ਹਾ ਸੀ? ਉਹ ਜਗ੍ਹਾ ਸੀ ਲੁੰਬਣੀ। ਕਿਉਂ? ਇੱਥੇ ਬੁੱਧਾ ਦਾ ਜਨਮ ਹੋਇਆ ਸੀ। ਠੀਕ ਹੈ, ਕਿਹੜੇ ਪਿੱਲਰ ਤੇ ਲਿਖਿਆ ਹੋਇਆ ਕਿ ਲੁੰਬਣੀ ਵਿਜ਼ਿਟ ਕਰਦੇ ਨੇ ਅਸ਼ੋਕਾ? ਇਹ ਲਿਖਿਆ ਹੋਇਆ ਹੈ ਰੁਮਨਦਈ ਬੋਲਿਆ ਜਾਂਦਾ ਹੈ। ਰੁਮਨਦੀ ਰੋਕ ਤੇ ਲਿਖਿਆ ਹੋਇਆ, ਰੋਕ ਇਨਸਕ੍ਰਿਪਸ਼ਨ ਹੈ, ਮਾਈਨਰ ਰੋਕ ਇਨਸਕ੍ਰਿਪਸ਼ਨ ਹੈ। ਜੇ ਮੈਂ ਅੱਗੇ ਜਾ ਕੇ ਥੋੜਾ ਜਿਹਾ ਸੋਫਿਸਟੀਕੇਟਡ ਰਿਫਾਈਨਡ ਵੇ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਾਂ ਤਾਂ ਮਾਈਨਰ ਰੋਕ ਇਨਸਕ੍ਰਿਪਸ਼ਨ ਹੈ। ਲਿਖ ਵੀ ਦੇਣਾ, ਮਾਈਨਰ ਰੋਕ ਇਨਸਕ੍ਰਿਪਸ਼ਨ ਤੇ ਲਿਖਿਆ ਹੋਇਆ ਹੈ। ਠੀਕ ਹੈ, ਅਸ਼ੋਕਾ ਨੇ ਧੰਮਾਂ ਦੀ ਪਾਲਿਸੀ ਅਪਣਾਈ ਸੀ। ਧੰਮਾਂ ਦਾ ਮਤਲਬ ਹੈ ਕਿ ਸਭ ਧਰਮਾਂ ਦਾ ਸਨਮਾਨ ਕਰਨਾ ਹੈ,
ठीक है, ਜਿਹੜੇ ਰਿਚੁਅਲਸ ਨੇ ਐਕਸਟਰਾ ਰਿਚੁਅਲਸ ਹੋ ਰਹੇ ਨੇ, ਜ਼ਿਆਦਾ ਹੀ ਰਿਚੁਅਲ ਹੋ ਰਹੇ, ਉਸ ਤਰ੍ਹਾਂ ਦੇ ਰਿਚੁਅਲ ਨਹੀਂ ਕਰ ਰਹੇ, ਐਨੀਮਲ ਹੱਤਿਆ ਨਹੀਂ ਕਰਨੀ ਐਨੀਮਲਸ ਦੇ ਲਈ, ਤੇ ਐਨੀਮਲਸ ਦੇ ਲਈ ਤੇ ਹਿਊਮਨ ਦੇ ਲਈ ਇਹਨਾਂ ਨੇ ਕੀ ਕੀਤੀ, ਸਪੈਸ਼ਲ ਹਬਸ ਉਗਵਾਉਣੀ ਸ਼ੁਰੂ ਕਰ ਦਿੱਤੀ। ਹਬਸ ਮਤਲਬ ਜੜੀ ਬੂਟੀਆਂ, ਠੀਕ ਹੈ। ਸਭ ਇਹ ਸਭ ਧਰਮਾਂ ਦਾ ਸਨਮਾਨ ਕਰਦੇ ਸੀ, ਧਰਮਾਂ ਦੀ ਨੀਤੀ ਹੀ ਇਸ ਤਰ੍ਹਾਂ ਦੀ ਸੀ, ਠੀਕ ਹੈ। ਨੈਕਸਟ ਮੂਵ ਕਰਦੇ ਹਾਂ, which among the following places have given the earliest evidence of agriculture in Indian subcontinent? ਇੰਡੀਅਨ ਸਬਕੌਂਟੀਨੈਂਟ ਦੇ ਵਿੱਚ ਯਾਨੀ ਕਿ ਭਾਰਤੀ ਉਪ ਮਹਾਦਵੀਪ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਐਗਰੀਕਲਚਰ ਦੇ ਸਬੂਤ ਕਿੱਥੇ ਦੇਖਣ ਨੂੰ ਮਿਲਦੇ ਨੇ, ਤਾਂ ਉਹ ਸਾਈਟ ਹੈ ਮੇਹਰਗੜ੍ਹ। ਮੇਹਰਗੜ੍ਹ ਦੇ ਵਿੱਚ ਆਪਾਂ ਨੂੰ ਸਬੂਤ ਦੇਖਣ ਨੂੰ ਮਿਲਦੇ ਨੇ। ਵੈਰੀ ਵੈਰੀ ਇੰਪੋਰਟੈਂਟ, ਮਾਰਕ ਦਿਸ ਕੁਐਸਚਨ, ਠੀਕ ਹੈ। ਤੁਸੀਂ NCERT ਖੋਲੋ ਤਮਿਲਨਾਡੂ ਬੋਰਡ ਦੀ, ਤਮਿਲਨਾਡੂ ਬੋਰਡ ਦੀ, ਉੱਥੇ ਐਕਸਪਲੇਨ ਕਰ ਰੱਖਿਆ ਡਿਟੇਲ ਦੇ ਵਿੱਚ ਮੇਹਰਗੜ੍ਹ ਸਾਈਟ ਦੇ ਬਾਰੇ, ਠੀਕ ਹੈ। ਜੇਕਰ ਤੁਹਾਨੂੰ ਕੋਈ ਡਾਊਟ ਰਹਿ ਜਾਣ ਤੁਸੀਂ ਦੇਖ ਸਕਦੇ ਹੋ, ਫਿਰ ਵੀ ਡਾਊਟ ਰਹਿ ਜਾਣ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ। ਆਈ ਵਿਲ ਕਲੀਅਰ ਆਲ ਆਫ ਯੂਰ ਡਾਊਟਸ। ਫਰੋਮ ਵਿਚ ਆਫ ਦਾ ਫਲੋਇੰਗ ਸਾਈਟਸ ਵੀ ਫਾਊਂਡ ਡੌਕਯਾਰਡ? ਡੌਕਯਾਰਡ ਕਿੱਥੇ ਦੇਖਣ ਨੂੰ ਮਿਲਦਾ ਹੈ? ਡੌਕਯਾਰਡ ਹੁੰਦਾ ਸ਼ਿਪ ਖੜੀ ਕਰਨ ਦੀ ਥਾਂ, ਕਿੱਥੇ ਮਿਲਦੀ ਹੈ? ਪੋਰਟ ਵੀ ਕਹਿ ਸਕਦੇ ਹਾਂ ਆਪਾਂ, ਰਿਪੇਅਰਿੰਗ ਵੀ ਹੁੰਦੀ ਹੈ ਡੌਕਯਾਰਡ 'ਚ, ਹਾਂਜੀ। A is Lothal, B is Kalibanga, C is Rakhigadi and D is Dholvira, and the right answer is Lothal। Lothal 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਇੱਕ ਹੋਰ ਸੇਮ ਕੁਐਸਚਨ ਪੁੱਛਿਆ ਜਾਂਦਾ ਹੈ, from where the model of ship, model of ship यानी कि शिप ਦਾ ਕੋਈ ਖਿਡੌਣਾ ਵਗੈਰਾ ਯਾਦ ਕਰਨਾ, model of ship is found, ਇਹ ਕਿੱਥੇ ਮਿਲਦਾ ਹੈ? ਤੇ ਆਪਸ਼ਨ ਸੇਮ ਆਣਗੇ ਇਸ ਤਰ੍ਹਾਂ, ਤੇ ਨਾਲ ਇੱਕ ਆਪਸ਼ਨ ਹੋਊਗਾ ਈ ਲਾ ਲਓ, ਈ ਆਪਸ਼ਨ ਲਾ ਲਓ, ਨਨ ਆਫ ਦਾ ਅਬਵ, ਠੀਕ ਹੈ। ਤੁਸੀਂ ਲਾਇਆਓਗੇ ਸਿੱਧਾ ਲੋਥਲ ਕਿ ਇੱਥੇ ਸ਼ਿਪ ਨੇ, ਸ਼ਿਪ ਨਹੀਂ, ਮੋਡਲ ਆਫ ਸ਼ਿਪ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਮੋਹਨਜੋਦੜੋ ਦੇ ਅੰਦਰ, ਮੋਹਨਜੋਦੜੋ ਦੇ ਅੰਦਰ, ਜੋਦਾਰੋ, ਮੋਹਨਜੋਦਾਰੋ, ਠੀਕ ਹੈ। ਇਸ ਦਾ ਆਂਸਰ ਹੋ ਜਾਊਗਾ ਮੋਹਨਜੋਦੜੋ, ਤੇ ਇਸ ਦਾ ਆਂਸਰ ਹੈ, ਦਿਸ ਇਜ਼ ਦਾ ਆਂਸਰ। ਆਈ ਵਿਲ ਮਾਰਕ ਅਗੇਨ। Who succeed ਚੰਦਰਗੁਪਤ ਮੌਰਿਆ? ਚੰਦਰਗੁਪਤ ਮੌਰਿਆ ਨੂੰ ਕੌਣ ਸਕਸੀਡ ਕਰਦਾ ਹੈ? ਇੱਥੇ ਅਗਲਾ ਰੂਲਰ ਕੌਣ ਆਉਂਦਾ ਹੈ? ਬਿੰਬੀਸਾਰ, ਬਿੰਦੂਸਾਰ, ਅਸ਼ੋਕ ਜਾਂ ਫਿਰ ਅਜਾਤ ਸ਼ਤਰੂ? ਵੈਰੀ ਵੈਰੀ ਇੰਪੋਰਟੈਂਟ, ਤੁਹਾਨੂੰ ਪਤਾ ਹੋਊਗਾ, ਬਹੁਤ ਹੀ ਇੰਪੋਰਟੈਂਟ ਹੈ। ਕਨਫਿਊਜ਼ ਹੋ ਜਾਂਦੇ ਨੇ ਸਟੂਡੈਂਟ ਬਿੰਬੀਸਾਰ ਦੇ ਵਿੱਚ ਤੇ ਬਿੰਦੂਸਾਰ ਦੇ ਵਿੱਚ। ਚੰਦਰ ਤੋਂ ਬਾਅਦ ਕੌਣ ਆਊਗਾ? ਜਦੋਂ ਆਪਾਂ ਚੰਦਰ ਬਣਾਣੇ ਆ, ਚੰਦਰਮਾ ਬਣਾਣੇ ਆ ਇਸ ਤਰ੍ਹਾਂ, ਤਾਂ ਇਸ ਦੇ ਉੱਪਰ ਆਪਾਂ ਬਿੰਦੂ ਲਾਣੇ ਆ ਨਾ, ਚੰਦਰ ਤੋਂ ਬਾਅਦ ਕੀ ਲੱਗੂਗਾ? ਬਿੰਦੂ। ਚੰਦਰ ਤੋਂ ਬਾਅਦ ਆਊਗਾ ਬਿੰਦੂ, ਤਾਂ ਦੈਨ ਰਾਈਟ ਆਂਸਰ ਇਜ਼ ਇਕੁਅਲ ਟੂ ਬਿੰਦੂਸਾਰ, ਰਾਈਟ ਆਂਸਰ, ਠੀਕ ਹੈ। ਮੈਂ ਤੁਹਾਨੂੰ ਦੱਸਤਾ ਮੌਰੀਅਨ ਡਾਇਨੈਸਟੀ ਦੇ ਅੰਦਰ ਸਭ ਤੋਂ ਪਹਿਲੇ ਚੰਦਰਗੁਪਤ ਮੌਰਿਆ ਹੈ, ਸੈਕਿੰਡ ਬਿੰਦੂਸਾਰ ਸੀ, ਤੁਹਾਨੂੰ ਪਤਾ ਹੀ ਹੋਊਗਾ, ਸੈਕਿੰਡ ਬਿੰਦੂਸਾਰ ਵੈਰੀ ਵੈਰੀ ਇੰਪੋਰਟੈਂਟ ਹੈ। ਤੇ ਥਰਡ ਗੱਲ ਕੀਤੀ ਜਾਵੇ, ਥਰਡ ਅਸ਼ੋਕਾ ਦੀ, ਤੇ ਚੌਥੀ ਗੱਲ ਕੀਤੀ ਜਾਵੇ, ਚੌਥੇ ਨੇ ਬ੍ਰਦਰਥ, ਠੀਕ ਹੈ। ਮੈਂ ਤੁਹਾਨੂੰ ਦੱਸ ਦਵਾਂ ਚੰਦਰਗੁਪਤ ਮੌਰਿਆ ਦੇ ਬਾਰੇ ਤੇ ਬਿੰਦੂਸਾਰ ਦੇ ਬਾਰੇ, ਅਸ਼ੋਕਾ ਦੇ ਬਾਰੇ, ਤਿੰਨਾਂ ਦੇ ਧਰਮਾਂ ਦਾ ਪਤਾ ਹੋਣਾ ਚਾਹੀਦਾ ਹੈ। ਚੰਦਰਗੁਪਤ ਮੌਰਿਆ ਨੇ ਜੈਨਿਜ਼ਮ ਧਰਮ ਨੂੰ ਫੋਲੋ ਕੀਤਾ, ਜੈਨਿਜ਼ਮ, ਸਪੈਲਿੰਗ ਜਲਦੀ ਵਿੱਚ, ਹਾਂਜੀ, ਜੈਨਿਜ਼ਮ ਫੋਲੋ ਕੀਤਾ। ਬਿੰਦੂਸਾਰ ਦੀ ਗੱਲ ਕੀਤੀ ਜਾਵੇ ਤਾਂ ਬਿੰਦੂਸਾਰ ਨੇ ਅਜੀਵਿਕਾ ਧਰਮ ਨੂੰ ਫੋਲੋ ਕੀਤਾ। ਯਾਦ ਰੱਖਣਾ, ਇਹਨਾਂ ਨੇ ਬਿੰਦੂਸਾਰ ਨੇ ਫੋਲੋ ਕੀਤਾ ਅਜੀਵਿਕਾ, ਬਟ ਇਹਨਾਂ ਨੇ ਪੈਟਰਨਾਈਜ਼ਡ ਹੋਰ ਵੀ ਧਰਮ ਕੀਤੇ ਨੇ, ਠੀਕ ਹੈ। ਅਸ਼ੋਕਾ ਨੇ ਗੱਲ ਕੀਤੀ ਤਾਂ ਅਸ਼ੋਕਾ ਨੇ ਬਹੁਤ ਸਾਰੇ ਧਰਮਾਂ ਦਾ ਸਨਮਾਨ ਕੀਤਾ ਹੈ, ਪੈਟਰਨ ਕੀਤਾ ਹੈ, ਬਟ ਜਿਹੜੇ ਜ਼ਿਆਦਾ ਧਰਮ ਨੂੰ ਅੱਗੇ ਲੈ ਗਏ, ਅਡੋਪਟ ਕੀਤਾ ਇਹਨਾਂ ਨੇ ਬੁੱਧੀਜ਼ਮ। ਦੇਖ ਲਓ ਤਿੰਨੋਂ ਰੂਲਰ ਨੇ, ਦਾਦੇ ਨੇ ਤਾਂ ਅਪਣਾਇਆ ਜੈਨਿਜ਼ਮ, ਠੀਕ ਹੈ, ਪਿਓ ਅਪਣਾ ਰਿਹਾ ਹੈ ਆਜੀਵਿਕਾ, ਤੇ ਆਪ ਅਪਣਾ ਰਹੇ ਨੇ ਬੁੱਧੀਜ਼ਮ, ਠੀਕ ਹੈ। ਅੱਡ ਅੱਡ ਧਰਮ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ, ਠੀਕ ਹੈ। ਨੈਕਸਟ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਤੇ। ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ 23rd ਜੈਨ ਤੀਰਥੰਕਰ? 23ਵੇਂ ਜੈਨ ਤੀਰਥੰਕਰ ਕਿਹੜੇ ਨੇ? ਰਿਸ਼ਵਦੇਵ, ਮਹਾਦੇਵ, ਪਾਰਸ਼ਵਨਾਥ, ਮਾਲੀਨਾਥ। ਹਾਂਜੀ, ਮਲੀਨਾਥ, ਹਨਾ। ਮੈਂ ਬੁੱਕ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਮਲੀਨਾਥ ਦੇ ਬਾਰੇ। ਜਿਹੜੇ ਮਲੀਨਾਥ ਨੇ, ਬੁੱਕ ਸਪੈਲਿੰਗ ਇਸ ਤਰ੍ਹਾਂ ਲਿਖੀ ਹੁੰਦੀ ਹੈ, ਇਸ ਤਰ੍ਹਾਂ, ਤਾਂ ਕਈ ਵਾਰ ਪੜ੍ਹਿਆ ਜਾਂਦਾ ਮਲਿੰਥਾ, ਬਟ ਇਹ ਮਲਿੰਥਾ ਨਹੀਂ। ਹੁਣ ਮੈਨੂੰ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਮਲੀਨਾਥ ਇਸ ਤਰ੍ਹਾਂ ਲਿਖਿਆ ਗਿਆ ਹੈ, ਠੀਕ ਹੈ। ਮਲਿੰਥਾ ਨਹੀਂ ਹੈ ਇਸ ਨੂੰ ਬੋਲਿਆ ਜਾਂਦਾ, ਇਹ ਮਲੀਨਾਥ ਬੋਲਿਆ ਗਿਆ। 19th ਨੇ ਮਲੀਨਾਥ ਦੀ ਗੱਲ ਕੀਤੀ ਜਾਵੇ,
ठीक है। एक श्वेतांबर ते दिगंबर ਦੇ ਵਿੱਚ थोड़ा ਜਿਹਾ कंट्रोवर्सी है इस दी। क्यों कंट्रोवर्सी है? क्योंकि ਜਿਹੜੇ दिगंबर ने ਇਹਨਾਂ ਨੂੰ ਮੇਲ ਮੰਨਦੇ ਨੇ, ठीक है। ਜਿਹੜੇ श्वेतांबर ਇਹਨਾਂ ਨੂੰ फीमेल ਮੰਨਦੇ ਨੇ कि ਇਹ ਜਿਹੜੇ 19th ਨੇ ਇਹ फीमेल तीर्थंकर ने। ਇਹਨਾਂ ਦਾ ਨਾਮ ਮਾਲੀ ਕਿਹਾ ਜਾਂਦਾ ਹੈ, ਮੱਲੀ ਜਾਂ ਮਾਲੀ। ਇਹ ਇੰਗਲਿਸ਼ बुक ਦੇ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ, ਪ੍ਰੋਨਾਂਸੀਏਸ਼ਨ ਕਿਸ ਤਰ੍ਹਾਂ ਹੁੰਦੀ ਤੁਸੀਂ ਦੇਖ ਸਕਦੇ ਹੋ। दिगंबर मेल 19th, श्वेतांबर थोड़े ਜਿਹੇ लिबरल ने, बट ਜਿਹੜੇ दिगंबर ने ਇਹ स्टिक ने जैनास दियां टीचिंग्स ते, ठीक है। एक ਤਾਂ करके बहुत हार्ड लाइफ जी रहे ने जैनास दियां, ठीक है। ऋषभदेव ਤੁਹਾਨੂੰ पता है फर्स्ट तीर्थंकर ने। ਇਹਨਾਂ ਨੂੰ आदिनाथ भी किया जाता है। आदि मतलब ਜਿਹੜੇ ਪਹਿਲਾਂ ਦੇ ਹੁੰਦੇ ਨੇ, ਜਿਹੜੇ ਪੁਰਾਣੇ ਹੁੰਦੇ ਨੇ, आदिनाथ किया जाता ਇਹਨਾਂ ਨੂੰ। ਇਹਨਾਂ ਦਾ ਜ਼ਿਕਰ ਵੀ ਬਹੁਤ ਮਿਲਦਾ ਹੈ। ਇਹਨਾਂ ਨੂੰ ਨਾਰਾਇਣ ਕਿਹਾ ਜਾਂਦਾ ਹੈ, ਨਾਰਾਇਣ ਕਿਹਾ ਗਿਆ ਹੈ ਬੁੱਕਸ ਦੇ ਵਿੱਚ। ਮਹਾਵੀਰਾ 24th इज महावीरा एंड द 23rd इज पार्श्वनाथ। पार्श्वनाथ इज वेरी इंपोर्टेंट। ਤੁਸੀਂ ਇਹ ਨਾਮ याद रखना ਕਿਹੜੇ ਕਿਹੜੇ ਨੰਬਰ ਦੇ ਨੇ, वेरी इंपोर्टेंट, ठीक है। Who of the following stated to respect all religion? ਕਿੰਨਾ ਨੇ ਸਾਰੇ ਧਰਮ ਨੂੰ, ਰਿਲੀਜਨ ਨੂੰ ਰਿਸਪੈਕਟ ਕਰਨ ਦੀ ਸਿੱਖਿਆ ਦਿੱਤੀ? ਕਿੰਨਾ ਨੇ मतलब ਦੱਸਿਆ ਆਪਦੇ ਲੋਕਾਂ ਨੂੰ ਕਿ ਸਭ ਧਰਮਾਂ ਦੀ ਰਿਸਪੈਕਟ ਕਰੋ, ਆਦਰ ਕਰੋ, सम्मान करो? चंद्रगुप्त मौर्य है, अशोका, बिंदुसार, बिंबिसार, ठीक है। इसका आंसर राइट आंसर आऊगा अशोका। क्यों? क्योंकि अशोका ने आपदे रोक इंस्क्रिप्शन दे विच जिहड़े अभिलेख बनवाए सी, इंस्क्रिप्शन दे विच आपां नूं इत्थे लिख के दस्सिया है, ठीक है। इंस्क्रिप्शन पढ़े जा चुके ने, किन्ना ने पढ़े सी? जेम्स प्रिंसेप ने। जेम्स प्रिंसेप ने पढ़े सी। यूपीएससी का क्वेश्चन है प्रीवियस ईयर, शायद 2014-15 का, देख लेना कदों का क्वेश्चन है, ठीक है। 1837 ਦੇ ਵਿੱਚ ਇਸ ਨੂੰ ਪੜਿਆ ਗਿਆ, ठीक है। ਤੁਸੀਂ ਵੀ ਅਡਾਪਟ ਕਰ ਸਕਦੇ ਹੋ, ਪੋਲਿਸੀ ਕਰਨੀ ਵੀ ਚਾਹੀਦੀ ਹੈ, ਰਿਸਪੈਕਟ ਕਰਨਾ ਚਾਹੀਦਾ ਸਭ ਧਰਮਾਂ ਨੂੰ, ਸਭ ਰਿਲੀਜਨ ਨੂੰ, ठीक है। ਜਿੱਥੋਂ ਕੋਈ ਵਧੀਆ ਗੱਲ ਮਿਲੇ ਅਡਾਪਟ ਕਰ ਲਓ। ਵੈਸੇ ਤਾਂ ਆਪਾਂ ਕਰ ਹੀ ਰਹੇ, ਆਪਣਾ ਸੰਵਿਧਾਨ ਵੀ ਰਿਸਪੈਕਟ ਕਰ ਰਹੇ ਹਾਂ, ਤਾਂ ਆਪਾਂ ਨੂੰ ਵੀ ਕਰਨੀ ਚਾਹੀਦੀ ਹੈ ਰਿਸਪੈਕਟ 올 ਰਿਲੀਜਨ, ठीक है। मूव टू नेक्स्ट क्वेश्चन। फ्रॉम विच ऑफ द फ्लोइंग साइट वी फाउंड किंग प्रीस्ट? हाँ जी, ये क्वेश्चन मैं करवा चुके हैं ऐसे स्लाइड्स के अंदर। मैनू दसो कि आपां नू किंग प्रीस्ट या फिर बीयर्ड प्रीस्ट भी कहा जाता है इन्हां नू। मैं तुहानू करवाया 3GB दे नाल मोहनजोदड़ो या मोहनजोदारो। 3GB एक्सप्लेन कर चुका है। बी तो बीयर्ड प्रीस्ट हो गए, तो राइट आंसर इज इक्वल टू मोहनजोदड़ो। फ्रॉम विच साइट वी फाउंड ए स्टेडियम कितने देखने को मिलता है? स्टेडियम अपन देखने को मिलता है ढोलावीरा तो अपन स्टेडियम देखने को मिलता है ABCD, राइट आंसर ढोलावीरा, ठीक है। वेरी इंपोर्टेंट है, वेरी इंपोर्टेंट साइट है। हु वाज द फाउंडर ऑफ हरियंका डायनेस्टी? हरियंका डायनेस्टी के फाउंडर कौन ने? वही क्वेश्चन दोबारे आ गया। बिंबिसार, बिंदुसार, अशोक ते अजातशत्रु। वही क्वेश्चन का मतलब की है, बिंबिसार ते बिंदुसार दे विच फिर कन्फ्यूजन हो गई। चंद्रगुप्त मौर्य तो बाद आएंगे बिंदु, चंद्रगुप्त मौर्य तो बाद आएंगे बिंदु, ठीक है। तो हरियंका डायनेस्टी की शुरुआत किन्ना ने की? बिंबिसार ने की। इन्हां नूं फाउंडर मन्निया जाता है, एक्चुअल फाउंडर इन्हां नूं मन्निया जाता है, बट ये कहते हैं कि हरियंका डायनेस्टी शुरुआत हुई सी, इन्हां दे ग्रांडफादर ने शुरुआत की सी। बट दिस नेम इज रिनोन्ड, ये नाम ही मन्निया जाता है। तुहाडे तो पूछा जाऊगा तो तुसीं बिंबिसार का नाम ही लेना है, ठीक है जी। हाँ जी, अज के टैसट के विच इन्ने ही क्वेश्चन। नैक्सट क्वेश्चन तुहानूं होर भी मैं तुहाडे लैके आऊँगा, पार्ट 2 ते पार्ट 3 लैके आऊँगा, ते एक ग्रैंड सैशन लैके आऊँगा एंशियंट हिस्टरी का। ग्रैंड सैशन का मतलब ये होगा कि इस तो बाहर क्वेश्चन ना तो कदे आए ने ना कदे आउणगे। ग्रैंड सैशन ऑफ हिस्टरी, ठीक है। हिस्टरी के भी एंशियंट हिस्टरी का ग्रैंड सैशन लैके आवांगे। इसी तरह रेस अकैडमी के या PPSC वाली अकैडमी के जो चैनल है उत्थे तुहानूं मिलते रहेंगे। ये अकैडमी का चैनल है रेस अकैडमी ऑफिशियल। तुहानूं फनकार सर भी पढ़ा रहे हैं, पॉलिटी पढ़ा रहे हैं अन अकैडमी से, ठीक है। बहुत ही वधिया तरीके दे नाल ते होर भी तुहानूं पटवारी दे लई भी तैयारी करवा रहे हैं। मैं तुहानूं करवा रहा इंग्लिश करवा रहा,
ਤੇ ਇੱਕ ਮੈਂ ਤੁਹਾਨੂੰ ਹਿਸਟਰੀ ਕਰਵਾ ਰਿਹਾ, ਠੀਕ ਹੈ। ਹੁਣ ਮੈਂ ਤੁਹਾਨੂੰ ਰੀਜ਼ਨਿੰਗ ਵੀ ਕਰਵਾ ਰਿਹਾ, ਰੀਜ਼ਨਿੰਗ 'ਚ ਮੈਂ ਤੁਹਾਨੂੰ ਮੈਂਟਲ ਐਬਿਲਿਟੀ ਕਰਵਾਊਂਗਾ। ਮੈਂਟਲ ਐਬਿਲਿਟੀ ਦੇ ਵਿੱਚ ਜਿਹੜਾ ਆਪਾਂ ਟੌਪਿਕ ਕਰਾਂਗੇ ਉਹ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਕੈਲੰਡਰ। ਕੈਲੰਡਰ ਆਪਾਂ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਅਨਅਕੈਡਮੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇੱਕੋ ਕਲਾਸ ਦੇ ਵਿੱਚ ਇਹ ਚੈਪਟਰ ਖਤਮ ਹੋ ਜਾਵੇ, ਇੱਕੋ ਕਲਾਸ ਦੇ ਅੰਦਰ, ਕਿਉਂਕਿ ਚੈਪਟਰ ਵੱਡਾ ਹੈ, ਚਾਹੇ 1.5 ਘੰਟਾ ਲੱਗੇ, ਚਾਹੇ ਪੌਣੇ 2 ਘੰਟੇ ਲੱਗਣ, ਚਾਹੇ 1 ਘੰਟਾ ਲੱਗੇ, ਮੈਂ ਇਸ ਨੂੰ ਪੂਰਾ ਕਰ ਦੂੰਗਾ ਇੱਕ ਲੈਕਚਰ ਦੇ ਵਿੱਚੋਂ ਹੀ, ਕਿਉਂਕਿ ਵੈਰੀ ਵੈਰੀ ਇੰਪੋਰਟੈਂਟ, ਕਿਉਂਕਿ ਇੱਕੋ ਹੀ ਸੋਰਸ ਤੇ ਤੁਹਾਨੂੰ ਮਿਲ ਜੇ ਤਾਂ ਬਹੁਤ ਵਧੀਆ ਗੱਲ ਰਹਿੰਦੀ ਹੈ, ਠੀਕ ਹੈ। ਐਕਸਟੈਂਡ ਵੀ ਕਰ ਸਕਦੇ ਹਾਂ ਇਸ ਨੂੰ, ਆਰ ਨੂੰ, ਮੈਂ ਤੁਹਾਨੂੰ ਦੱਸ ਚੁੱਕਿਆ, ਠੀਕ ਹੈ। ਫਿਰ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਸੀਰੀਜ਼ ਦੇ ਨਾਲ। ਮੈਂ ਤੁਹਾਡੇ ਨਾਲ ਹੁਣ ਦੁਬਾਰਾ ਰੂਬਰੂ ਹੋਊਂਗਾ। ਥੈਂਕ ਯੂ, ਸੀ ਯੂ।